ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ सेवा को दोए पले, कबीर सेवा को दोए पले। एक संत एक राम, राम जो दाता मुक्त का, संत जपावे नाम। सुनियो मेरे मीता, महिमा साधुआं दे संग दी। बेनती है जिन्ने भी महापुरुषों नूं प्यार करने वाले, थोड़ा बेस घटा दो। जिन्ने बैठे हैं बड़े प्यार दे नाल बैठे हो। थोड़ी जी बच्चों की आवाज़ आ रही है, बेनती है थोड़ा जा कंट्रोल करियो। ये समझ के जायो बाबा मक्खण दास जी, बाबा चुपदास जी साडे सबना नूं वेखदे ने। आखो सतनाम, गज के बोलो आखो सतनाम। श्री वाहिगुरू जी। जिन्हां नूं प्यार है बाबा मक्खण दास जी नाल, बाबा चुपदास जी नाल, आप जियां ने बेनती करनी है, महाराज किरपा करियो, सानू बैठना नहीं आउंदा। साडी झोली विच
ਇਹ ਖੈਰ ਪਾ ਦਿਓ ਕਿ ਸਾਨੂੰ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਿਵੇਂ ਕਰੀਦੀ ਹੈ, ਤੇ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਆ ਪਿਆਰਿਓ, ਉਹ ਆਪ ਵੀ ਤਰ ਗਏ ਤੇ ਹੋਰਾਂ ਨੂੰ ਵੀ ਤਾਰ ਲੈ ਗਏ। ਗੁਰੂ ਅਰਜਨ ਦੇਵ ਮਹਾਰਾਜ ਸਾਧੂਆਂ ਦੀ ਮਹਿਮਾ ਦੱਸਦੇ ਨੇ, ਸੁਣਿਓ ਇੱਕ ਵਾਰੀ। ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਜੀ। ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ, ਸੁਣੋ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ, ਸੁਣੋ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ। ਮੇਰੇ ਮੀਤਾ ਮਹਿਮਾ ਸਾਧੂਆਂ ਦੇ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ। ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ। ਸਾਧੂਆਂ ਦੇ ਸੰਗ ਜੀ, ਨਾਮ ਵਾਲੇ ਰੰਗ ਜੀ। ਸਾਧੂਆਂ ਦੇ ਸੰਗ ਜੀ, ਨਾਮ ਵਾਲੇ ਰੰਗ ਜੀ। ਸਾਧੂਆਂ ਦੇ ਸੰਗ ਦੀ, ਸਾਧੂਆਂ ਦੇ ਸੰਗ ਦੀ, ਸਾਧੂਆਂ ਦੇ ਸੰਗ ਦੀ, ਨਾਮ ਵਾਲੇ ਰੰਗ, ਸਾਧੂਆਂ ਦੇ ਸੰਗ ਦੀ, ਸਾਧੂਆਂ ਦੇ ਸੰਗ ਦੀ, ਸਾਧੂਆਂ ਦੇ ਸੰਗ ਦੀ, ਸਾਧੂਆਂ ਦੇ ਸੰਗ ਦੀ। ਮੇਰੇ ਮੀਤਾ ਮਹਿਮਾ ਸਾਧੂਆਂ ਦੇ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ। ਓ ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ। ਲੈ ਬਿਰਲੇ ਨੇ ਤੇਰੇ ਨਾਮ ਦੇ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਬਤਾਈ। ਹੋ ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਵੀ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ, ਬਿਰਲੇ ਬਿਰਲੇ ਨੇ ਤੇਰੇ ਨਾਮ ਦੇ ਵਪਾਰੀ। ਨਾਮ ਦੇ ਬਤਾਈ, ਨਾਮ ਦੇ, ਨਾਮ ਦੇ ਬਤਾਈ, ਨਾਮ ਦੇ ਬਤਾਈ। ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ, 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 ਨਾਮ ਦੇ ਬਤਾਈ, ਨਾਮ ਦੇ ਬਤਾਈ, ਨਾਮ ਦੇ ਬਤਾਈ। ਹੋ ਨਾਮ ਦੇ ਵਪਾਰੀ, ਨਾਮ ਦੇ ਵਪਾਰੀ,
ਵਪਾਰੀ ਨਾਮ ਦੇ ਵਪਾਰੀ ਤੇਰੇ ਨਾਮ ਦੇ ਵਪਾਰੀ ਨਾਮ ਦੇ ਵਪਾਰੀ ਨਾਮ ਦੇ ਵਪਾਰੀ ਨਾਮ ਦੇ ਵਪਾਰੀ ਤੇਰੇ 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 ਨਾਮ ਦੇ ਵਪਾਰੀ ਤੇਰੇ ਨਾਮ ਦੇ ਬਿਰਲੇ ਤੇਰੇ ਨਾਮ ਦੇ ਵਪਾਰੀ ਬਿਰਲੇ ਵੀ ਤੇਰੇ ਨਾਮ ਦੇ ਵਪਾਰੀ ਬਿਰਲੇ ਮੈਂ ਵੀ ਤੇਰੇ ਨਾਮ ਦੇ ਵਪਾਰੀ ਬਿਰਲੇ ਮੈਂ ਤੇਰੇ ਨਾਮ ਦੇ ਵਪਾਰੀ ਬਿਰਲੇ ਮੈਂ ਤੇਰੇ ਨਾਮ ਦੇ ਵਪਾਰੀ ਜਗ ਮੈਂ ਉਤਮ ਕਾਂਡੀਐ ਬਿਰਲੇ ਕੇ ਵੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਮੈਂ ਬੇਨਤੀ ਕਰਾਂ, ਪਹਿਲਾਂ ਵੀ ਬੇਨਤੀ ਕਰੀ ਸੀ। ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਏਕ ਘੜੀ ਆਦਿ ਕਰੀ ਆਦਿ ਹੂੰ ਤੇ ਆਦ। ਪੁੱਛ ਕੇ ਵੇਖੀਏ ਸਾਧੂ ਨੂੰ ਕਿਵੇਂ ਮਿਲਣਾ। ਕਬੀਰ ਸਾਧ ਕੋ ਮਿਲਣਾ ਜਾਈਏ ਸਾਥ ਨਾ ਲੀਜੈ ਕੋਈ। ਕਹਿੰਦੇ ਸਾਧੂ ਨੂੰ ਮਿਲਣ ਜਾਈਏ ਤੇ ਨਾਲ ਕਿਸੇ ਨੂੰ ਲੈ ਕੇ ਨਹੀਂ ਜਾਈਦਾ। ਭਾਵ ਕੀ ਹੈ? ਕਹਿੰਦੇ ਮਨਾ ਜਦੋਂ ਵੀ ਸਾਧੂਆਂ ਕੋਲ ਸੰਤਾਂ ਕੋਲ ਜਾਣਾ ਹੈ, ਇਹ ਸੋਚ ਕੇ ਜਾਣਾ ਕਿ ਮਨਾ ਸਾਡਾ ਜਾਣਾ ਤੇ ਸਾਧੂਆਂ ਕੋਲ ਬੈਠਣਾ, ਉਹਨਾਂ ਦੇ ਮੁਖ ਤੋਂ ਨਿਕਲੇ ਹੋਏ ਬੋਲ, ਉਹਨਾਂ ਦੇ ਮੁਖ ਤੋਂ ਨਿਕਲੇ ਹੋਏ ਬਚਨ ਸਾਡੀ ਜ਼ਿੰਦਗੀ ਨੂੰ ਬਦਲ ਦਿੰਦੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਅੱਜ ਹਰ ਕੋਈ ਕਹਿੰਦਾ ਹੈ, ਮਾਂ ਚਾਹੁੰਦੀ ਆ ਮਾਲਕਾ ਪੁੱਤਰ ਦਾ ਵਿਆਹ ਹੋ ਜੇ। ਵੇਖਿਓ ਸਾਡੀਆਂ ਸਾਰਿਆਂ ਦੀਆਂ ਲੋੜਾਂ ਹੁੰਦੀਆਂ ਨਾ। ਮਾਂ ਕਹਿੰਦੀ ਆ ਮਾਲਕਾ ਮੇਰੇ ਪੁੱਤਰ ਦਾ ਵਿਆਹ ਹੋ ਜੇ। ਵਿਆਹ ਵੀ ਹੋ ਗਿਆ, ਫਿਰ ਕਹਿੰਦੀ ਆ ਮਾਂ ਮਾਲਕਾ ਹੁਣ ਮੇਰੀ ਗੋਦ ਵਿੱਚ ਇੱਕ ਸੋਹਣਾ ਜਿਹਾ ਪੋਤਾ ਵੀ ਹੋ ਜੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਾਂ ਦੁੱਧ ਵੀ ਮੰਗਦੀ ਹੈ, ਮਾਂ ਪੁੱਤ ਵੀ ਮੰਗਦੀ ਹੈ, ਜਿੰਨੀਆਂ ਦੁਨਿਆਵੀਆਂ ਚੀਜ਼ਾਂ ਆਪਣੇ ਬੱਚਿਆਂ ਲਈ ਸਾਰੀਆਂ ਮੰਗਦੀਆਂ ਨੇ। ਆ ਬੱਚਿਆਂ ਨੂੰ ਥੋੜਾ ਜਿਹਾ ਬਿਠਾਇਓ, ਬੇਨਤੀ ਹੈ। ਰੌਲਾ ਨਾ ਪਾਇਓ, ਮਨ ਨੂੰ ਥੋੜਾ ਜਿਹਾ ਇਕਾਗਰ ਕਰੀਏ। ਵੇਖਿਓ ਮਾਂ ਕਹਿੰਦੀ ਹੈ ਕਿ ਮੇਰੇ ਬੱਚਿਆਂ ਦੀਆਂ, ਸਾਡੇ ਪੁੱਤਰਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣ। ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛੀਏ, ਮਹਾਰਾਜ ਸਾਡੀਆਂ ਮੰਗਾਂ ਨੇ ਕਿੱਥੋਂ ਮਿਲਣਗੀਆਂ? ਬਚਨ ਪੜ੍ਹਦੇ ਆ, ਜੋ ਮੰਗੈ ਠਾਕੁਰ ਆਪਣੇ ਬੋਲੋ, ਜੋ ਮੰਗੈ ਠਾਕੁਰ ਆਪਣੇ ਤੇ। ਸਾਰੀਆਂ ਭੈਣਾਂ ਜੋ ਮੰਗੈ ਠਾਕੁਰ ਆਪਣੇ ਤੇ। ਸੋਈ ਸੋਈ ਦੇਵੈ ਮਿਲਦਾ। ਕਹਿੰਦੇ ਆ ਬੜੀਆਂ ਅਰਦਾਸਾਂ ਕਰਦਾ, ਮਾਲਕ ਨੇ ਮਨਜ਼ੂਰ ਨਹੀਂ ਕੀਤੀਆਂ। ਮਨਾਂ ਅਰਦਾਸਾਂ ਕਰਦਾ ਬਾਹਰੋਂ, ਕਿਤੇ ਦੁਆ ਅਰਦਾਸ ਤੇਰੇ ਅੰਦਰੋਂ ਨਿਕਲੀ ਹੋਵੇ ਨਾ, ਉਹ ਮਾਲਕ ਜੇ ਬਿਨ ਬੋਲਿਆ ਸਭ ਕੁਝ ਜਾਣਦਾ। ਇਸ ਆਗੈ ਕੀਚੈ ਅਰਦਾਸ, ਬਿਨਾ ਬੋਲਿਆ ਸਭ ਕੁਝ ਜਾਣਦਾ। ਪ੍ਰਬੰਧਕਾਂ ਵੱਲੋਂ ਹੁਕਮ ਹੋਇਆ, ਕੋਈ ਕਹਿੰਦਾ ਜੀ ਘੰਟਾ ਲਾ ਦਿਓ,
ਕੋਈ ਕਹਿੰਦਾ 45 ਮਿੰਟ ਲਾ ਦਿਓ ਜੀ, ਜੱਥੇ ਬਹੁਤ ਨੇ। ਜਿੰਨਾ ਮਾਲਕ, ਜਿੰਨਾ ਮੇਰੇ ਖਸਮ, ਜਿੰਨੇ ਬ੍ਰਹਮ ਗਿਆਨੀ ਬਾਬਾ ਚੁੱਪਦਾਸ ਜੀ, ਬਾਬਾ ਮੱਖਣ ਦਾਸ ਜੀਆਂ ਨੂੰ ਭਾਇਆ ਕਿ ਤੁਸੀਂ ਇੰਨਾ ਸਮਾਂ ਲੈਣਾ, ਅਸੀਂ ਕੁਝ ਨਹੀਂ ਹੈ ਸੁਣਾਉਣ ਵਾਲੇ, ਜਿਉਂ ਬੁਲਾਵੇ ਕਿਉਂ ਜਿਵੇਂ ਮੇਰਾ ਖਸਮ, ਜਿਵੇਂ ਮੇਰਾ ਮਾਲਕ, ਜਿਵੇਂ ਮਹਾਂਪੁਰਸ਼ ਬੁਲਾ ਲੈਣਗੇ, ਤੁਹਾਡੇ ਨਾਲ ਆਪਾਂ ਨੇ ਵਿਚਾਰ ਕਰਨੀ ਆ ਮਹਾਂਪੁਰਸ਼ਾਂ ਦੇ ਪ੍ਰਤੀ। ਵੇਖਿਓ ਵਿਚਾਰ ਆਰੰਭ ਕੀਤੀ ਹੈ ਨਾ। ਹਰ ਕੋਈ ਚਾਹੁੰਦਾ ਮੇਰੇ ਕੋਲ ਗੱਡੀ ਹੋ ਜੇ, ਕੋਠੀ ਬਣ ਜੇ, ਘਰ-ਬਾਰ ਹੋ ਜੇ, ਪੁੱਤ ਸੈੱਟ ਹੋ ਜਾਣ, ਕੰਮ ਕਾਰ ਸਭ ਦਾ ਲੋਟ ਹੋ ਜਾ। ਜੇ ਸਭ ਕੁਝ ਹੀ ਆ ਨਾ, ਆਉਨੇ ਆ ਕੋਈ 10 ਰੁਪਏ ਚੜਾਉਂਦਾ, ਮਾਲਕਾ ਕਿਰਤ ਕਮਾਈਆਂ ਵਿੱਚ ਪੈਸੇ 'ਚ ਵਾਧਾ ਚਾਹੀਦਾ। ਹਰ ਪਦਾਰਥ ਇਨਸਾਨ ਦੀ ਜ਼ਰੂਰਤ ਹੈ, ਜ਼ਰੂਰਤ ਪੂਰੀ ਹੋਣੀ ਚਾਹੀਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਿਲਦੀ ਹੈ, ਕਿੱਥੋਂ ਮਿਲਦੀ ਹੈ? ਵੇਖਿਓ ਸੁਨਿਆਰੇ ਦੀ ਦੁਕਾਨ ਤੇ ਪਤਾ ਕਿ ਇੱਥੋਂ ਸੋਨਾ ਮਿਲਣਾ ਹੈ, ਮੁਨਿਆਰੀ ਦੀ ਦੁਕਾਨ ਤੋਂ ਪਤਾ ਹੈ, ਕੱਪੜੇ ਦੀ ਦੁਕਾਨ ਤੋਂ ਪਤਾ ਹੈ ਕਿ ਕੱਪੜਾ ਮਿਲਣਾ ਹੈ। ਤੇ ਮਾਲਕ ਜੀ ਕਹਿੰਦੇ ਜ਼ਿੰਦਗੀ ਦੇ ਸੁੱਖ ਚਾਹੁੰਦਾ ਹੈ, ਜ਼ਿੰਦਗੀ ਦਾ ਕਹਿਣਾ ਕਿ ਆਨੰਦ ਬਣ ਜੇ, ਤੈਨੂੰ ਮੰਗਣ ਦੀ ਲੋੜ ਨਾ ਪਵੇ, ਉਹ ਮਿਲ ਜੇ। ਪੜ੍ਹਦੇ ਆ ਨਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੇ ਸੇਵਾ ਲਾਗੈ। ਮਨਾ 4 ਪਦਾਰਥ ਚਾਹੁੰਨਾ ਨਾ, ਸਾਧੂਆਂ ਦੀ ਸੇਵਾ ਲੱਗ ਜਾ। ਬੇਨਤੀ ਆ ਜਿੰਨੇ ਵੀਰ ਬੈਠੇ ਹੋ ਇੱਥੇ, ਇਹ ਨਹੀਂ ਕਿ ਵੇਖਿਓ ਬੋਲਣ ਲੱਗੇ ਸੰਗਿਆ ਨਾ ਕਰੋ। ਜਦੋਂ ਅਸੀਂ ਸਟੇਜਾਂ ਤੇ ਖੜ ਕੇ ਮਾਫ ਕਰਨਾ, ਵਿਆਹ ਸਮੇਂ ਦੇ, ਸ਼ਾਦੀਆਂ ਦੇ ਸਮੇਂ ਹੁੰਦੇ ਪੈਲਸਾਂ ਵਿੱਚ, ਉਦੋਂ ਅਸੀਂ ਫਿਰ ਸ਼ਰਮ ਨਹੀਂ ਕਿਸੇ ਦੀ ਕਰਦੇ ਸੀ, ਬੇਝਿਜਕ ਹੋ ਕੇ ਸਟੇਜ ਦੇ ਉੱਤੇ ਨੱਚਦੇ ਹਾਂ। ਮਹਾਰਾਜ ਕਹਿੰਦੇ ਅਵਰ ਕਾਜ ਤੇਰਾ ਕੀਤਾ ਨਾ ਕੰਮ, ਕਹਿੰਦੇ ਇਹੋ ਜਿਹੇ ਕੰਮ ਤੇਰੇ ਕਿਤੇ ਕੰਮ ਨਹੀਂ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਆ ਸੰਗਤ ਵਿੱਚ ਬੈਠਿਆ ਮਨਾ, ਆ ਤੇਰੇ ਪਾਪ, ਤੇਰੇ ਮੈਲ ਇੱਥੇ ਧੋਤੀ ਜਾਣੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆ ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਿਓ। ਜਿੰਨੇ ਵੀਰ ਬੈਠੇ ਆ, ਵੀਰਾਂ ਨੂੰ ਵੀ ਬੇਨਤੀ ਹੈ, ਜਿਨ੍ਹਾਂ ਨੂੰ ਪਿਆਰ ਹੈ, ਜਿਹੜੇ ਖੁਸ਼ੀਆਂ ਲੈਣਾ ਚਾਹੁੰਦੇ ਨੇ ਬਾਬਾ ਮੱਖਣ ਦਾਸ ਦੀਆਂ, ਬਾਬਾ ਚੁੱਪ ਦਾਸ ਦੀਆਂ, ਕਿਸੇ ਨੇ 50 ਦਿੱਤੇ ਹੈ, ਕਿਸੇ ਨੇ 100 ਦਿੱਤਾ ਹੈ, ਕਿਸੇ ਨੇ 1000 ਦਿੱਤਾ ਹੈ, ਜਿੰਨੀ ਕਿਸੇ ਦੀ ਸ਼ਰਧਾ ਬਣੀ ਕਿ ਮਾਲਕ ਦੀ ਅਸੀਂ ਬਰਸੀ ਮਨਾਉਣੀ ਹੈ। ਕੀ ਮਨਾਉਣੀ ਹੈ ਜੀ? ਬਰਸੀ। ਤੇ ਜੇ ਬਰਸੀ ਮਨਾਉਣ ਆਇਆ ਤਾਂ ਜਿਹਦੀ ਬਰਸੀ ਮਨਾਉਣ ਲੱਗਿਆ ਕਿਤੇ ਉਹ ਮੰਨ ਜਾਵੇ ਤੇ ਨਜ਼ਾਰਾ ਹੀ ਵੱਖਰਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੇਨਤੀ ਕਰਾਂ ਭੈਣਾਂ ਨੂੰ ਵੀ, ਵੀਰਾਂ ਨੂੰ ਵੀ। ਵੇਖਿਓ ਨਾਲ ਪਹਿਲਾਂ ਦਾਸ ਬੋਲੇਗਾ, ਫਿਰ ਸਾਰੇ ਵੀਰ ਪਾ, ਜਿਹੜੇ ਚਾਹੁੰਦੇ ਆ ਕਿ ਮਾਲਕਾ ਮੈਨੂੰ ਦੁੱਧ ਦੀ ਲੋੜ ਹੈ, ਜਿਹੜੇ ਚਾਹੁੰਦੇ ਆ ਕਿ ਮੈਨੂੰ ਪੁੱਤ ਦੀ ਲੋੜ ਹੈ, ਵੇਖਿਓ ਬਾਬਾ ਮੱਖਣ ਦਾਸ ਸਾਡੀਆਂ ਸਭ ਦੀਆਂ ਮੁਰਾਦਾਂ ਪੂਰੀਆਂ ਕਰਨਗੇ। ਆ ਬੋਲਿਓ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਪੜ੍ਹ ਲਈ ਇਦਾਂ ਹੀ, 4 ਪਦਾਰਥ ਜੇ ਕੋ ਮੰਗੈ, 4 ਪਦਾਰਥ ਜੇ ਕੋ ਮੰਗੈ, 4 ਪਦਾਰਥ ਜੇ ਕੋ ਮੰਗੈ, 4 ਪਦਾਰਥ ਜੇ ਕੋ ਮੰਗੈ। ਬੋਲੋ ਸੰਗਤ 4 ਪਦਾਰਥ, ਵੀਰ ਨਹੀਂ ਬੋਲਦੇ, ਉੱਚੀ ਬੋਲੋ 4 ਪਦਾਰਥ। ਅੱਜ ਕਹਿੰਦੇ ਮੈਂ ਫਲਾਣਾ ਸਾਡਾ ਉਸਤਾਦ ਹੈ, ਲੋਕੀ ਵੇਖੇ ਉਸਤਾਦ ਅੱਜ ਦੇ ਮਾਫ ਕਰਨਾ ਜਿਹੜੇ ਹੋਰ ਪਾਸੇ ਲੈ ਕੇ ਜਾਂਦੇ ਆ, ਮੇਰਾ ਫਲਾਣਾ ਉਸਤਾਦ ਹੈ, ਮੇਰਾ ਫਲਾਣਾ ਉਸਤਾਦ ਹੈ। ਅੱਜ ਜਿਹਦੀ ਹਜ਼ੂਰੀ ਵਿੱਚ ਬੈਠੇ ਆ ਸਾਰੇ ਸੰਸਾਰ ਦਾ ਉਸਤਾਦ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਉਹ ਨਿਰੰਕਾਰ ਸਾਰੇ ਸੰਸਾਰ ਦਾ ਉਸਤਾਦ ਹੈ। ਜਿਹੜੇ ਮੰਨਦੇ ਆ ਬਾਬੇ ਨਾਨਕ ਨੂੰ ਉਸਤਾਦ, ਜਿਹੜੇ ਮੰਨਦੇ ਆ ਬਾਬਾ ਮੱਖਣ ਦਾਸ ਨੂੰ ਉਸਤਾਦ, ਜਿਹੜੇ ਚਾਹੁੰਦੇ ਆ ਕਿ ਮਾਲਕਾ ਸਾਨੂੰ ਪੁੱਤ ਵੀ ਮਿਲ ਜੇ, ਸਾਨੂੰ ਦੁੱਧ ਵੀ ਮਿਲ ਜੇ, ਸਾਡੇ ਕੰਮਕਾਰ ਵੀ ਸੈੱਟ ਹੋਣ, ਸਾਡੇ ਧੀਆਂ ਪੁੱਤ ਨਸ਼ਿਆਂ ਤੋਂ ਦੂਰ ਹੋਣ, ਤੇ ਬੋਲਿਓ ਜੇਬਾਂ ਨੂੰ ਕਰਿਓ ਸਫਲਾ। 4 ਪਦਾਰਥ ਜੇ ਕੋ ਮੰਗੈ, 4 ਪਦਾਰਥ ਜੇ ਕੋ ਮੰਗੈ, 4 ਪਦਾਰਥ ਜੇ ਕੋ ਮੰਗੈ, 4 ਪਦਾਰਥ ਜੇ ਕੋ ਮੰਗੈ। ਸਾਧ ਜਨਾ ਕੀ ਸੇਵਾ ਲਾਗੈ, ਸਾਧ ਜਨਾ ਕੀ ਸੇਵਾ ਲਾਗੈ, ਸਾਧ ਜਨਾ ਕੀ ਸੇਵਾ ਲਾਗੈ, ਸਾਧ ਜਨਾ ਕੀ ਸੇਵਾ ਲਾਗੈ। ਵੇਖਿਆ ਨਾ ਸੇਵਾ ਲੱਗਣੀ ਹੈ,
ਮਹਾਰਾਜ ਕਹਿੰਦੇ ਜੋ ਕੁਝ ਮੰਗੇਗਾ ਮਿਲੇਗਾ, ਸਾਧੂਆਂ ਦੀ ਸੇਵਾ ਕਰ ਲੈ। ਸੱਚ ਜਾਣਿਓ, ਜੇ ਅਸੀਂ ਸੇਵਾ ਕਰਨ ਪਿੱਛੇ ਹੀ ਲੜ ਪੈਨੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁੰਦਾ ਨਾ ਇਦਾਂ, ਕਹਿਣ ਦੀ ਲੋੜ ਨਹੀਂ, ਸਾਰੇ ਸਮਝਦੇ ਆ। ਅੱਜ ਬਾਬਾ ਮੱਖਣ ਦਾਸ ਸਾਡੇ ਸਾਰਿਆਂ ਵੱਲ ਵੇਖਦੇ ਹੋਣਗੇ। ਜੇ ਕੋਈ ਸੇਵਾ ਨਹੀਂ ਕਰ ਸਕਦਾ, ਪਤਾ ਵੀ ਸੇਵਾਦਾਰ ਬਹੁਤ ਹੈ। ਜਿਹਨੂੰ ਪਿਆਰ ਹੈ, ਭਾਵੇਂ ਕਿਸੇ ਨਾਲ ਨਾ ਵੀ ਬਣਦੀ ਹੋਵੇ, ਇੱਕ ਕੋਨੇ ਤੇ ਬਹਿ ਕੇ ਉਹਨੇ ਵੇਖਣਾ ਕਿ ਮੈਨੂੰ ਖੁਸ਼ੀਆਂ ਮਿਲ ਜਾਣ ਬਾਬਾ ਮੱਖਣ ਦਾਸ ਦੀਆਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਆਓ ਪੜ੍ਹ ਲਈਏ ਇੱਕ ਵਾਰ ਪਿਆਰ ਨਾਲ। ਸਾਧੂ ਕੱਲੇ ਪਿਆਰਿਓ ਇਸ ਸੰਸਾਰ ਤੋਂ ਨਹੀਂ, ਉਹ ਨਿਰੰਕਾਰ ਦੇ ਨਾਲ ਵੀ ਮਿਲਾਪ ਕਰਾਉਂਦੇ ਨੇ। ਪਿਆਰੇ ਭਵ ਜਲ ਤਾਰਨਹਾਰ, ਸੰਤ ਨੇ ਸਹਾਈ ਜੀਵਾਂ ਦੇ। ਭਵ ਜਲ ਤਾਰਨਹਾਰ, ਸੰਤ ਨੇ ਸਹਾਈ ਜੀਵਾਂ ਦੇ। ਤਾਰਨਹਾਰ, ਸੰਤ ਨੇ ਸਹਾਈ ਜੀਵਾਂ ਦੇ। ਪਿਆਰੇ ਭਵ ਜਲ ਤਾਰਨਹਾਰ, ਸੰਤ ਨੇ ਸਹਾਈ ਜੀਵਾਂ ਦੇ। ਭਵ ਜਲ ਤਾਰਨਹਾਰ, ਸੰਤ ਨੇ ਸਹਾਈ ਜੀਵਾਂ ਦੇ। ਪਿਆਰੇ ਭਵ ਜਲ ਤਾਰਨਹਾਰ, ਸੰਤ ਨੇ ਸਹਾਈ ਜੀਵਾਂ ਦੇ। ਭਵ ਜਲ ਤਾਰਨਹਾਰ ਨੇ, ਤਾਰਨਹਾਰ ਨੇ, ਸੰਤ ਨੇ ਸਹਾਈ ਜੀਵਾਂ ਦੇ। ਪਿਆਰੇ ਭਵ ਜਲ ਤਾਰਨਹਾਰ, ਸੰਤ ਨੇ ਸਹਾਈ ਜੀਵਾਂ ਦੇ। ਭਵ ਜਲ ਤਾਰਨਹਾਰ, ਸੰਤ ਨੇ ਸਹਾਈ ਜੀਵਾਂ ਦੇ। ਪਿਆਰੇ ਭਵ ਜਲ ਤਾਰਨਹਾਰ, ਪਈ ਸੰਤ ਨੇ ਸਹਾਈ ਜੀਵਾਂ ਦੇ। ਤਾਰਨਹਾਰ, ਸਹਾਈ ਜੀਵਾਂ ਦੇ। ਭਵ ਜਲ ਤਾਰਨਹਾਰ, ਸਭ ਲੋਕ ਜੀਵਾਂ ਦੇ। ਸੰਤ ਨੇ ਜੀ ਸਹਾਈ ਜੀਵਾਂ ਦੇ। ਸੰਤ ਨੇ ਜੀ ਸਹਾਈ ਜੀਵਾਂ ਦੇ। ਬਾਬਾ ਸੰਤ ਨੇ ਬੋਲਿਓ, ਭਵ ਜਲ ਤਾਰਨ ਸੰਤ ਨੇ। ਇਹਨੇ ਭਵ ਜਲ ਤਾਰਨ ਹਾਰ ਨੇ, ਵੇਖੋ ਕਿਵੇਂ ਤਾਰਦੇ ਨੇ ਸੰਤ। ਹੁਣ ਥੋੜਾ ਜਿਹਾ ਧਿਆਨ। ਸਤ ਸੰਗਤ ਮਿਲੇ ਸੋ ਤਰਿਆ ਮੇਰੇ। ਗੁਰੂ ਅਰਜਨ ਦੇਵ ਮਹਾਰਾਜ ਵੇਲੇ ਵੇਖਿਓ, ਇੱਕ ਸੰਤ ਇੱਕ ਮਹਾਂਪੁਰਸ਼ ਹੋਏ ਨੇ।
ਜਿਵੇਂ ਬਾਬਾ ਮੱਖਣ ਦਾਸ ਜੀ, ਬਾਬਾ ਚੁੱਪਦਾਸ ਜੀ। ਹੁਣ ਮਨ ਨੂੰ ਥੋੜਾ ਜਿਹਾ ਇਕਾਗਰ ਕਰਿਓ, ਥੋੜਾ ਜਿਹਾ ਟਾਈਮ ਲਾਉਣਾ, ਬਸ ਆਪਾਂ ਨੇ 15-20 ਮਿੰਟ ਹੋਰ ਲਾਉਣੇ ਨੇ, ਕਿਉਂਕਿ ਜਥੇ ਨੇ ਸਭ ਸਤਿਕਾਰਯੋਗ ਨੇ, ਹਰ ਕੋਈ ਚਾਹੁੰਦਾ ਕਿ ਹਾਜ਼ਰੀ ਲੱਗ ਜਾਵੇ। ਮਨ ਨੂੰ ਥੋੜਾ ਜਿਹਾ ਹੁਣ ਟਿਕਾਓ ਚ ਬਣਾਇਓ, ਵੇਖਿਓ ਜੀਵਨ, ਵੇਖਿਓ ਬਾਬਾ ਮੱਖਣ ਦਾਸ ਜੀ ਦਾ, ਤੇ ਅਸੀਂ ਆਪਣਾ ਜੀਵਨ ਵੇਖੀਏ ਤੇ ਬਾਬਾ ਮੱਖਣ ਦਾਸ ਜੀ ਦਾ ਜੀਵਨ ਵੇਖੀਏ। ਮਹਾਂਪੁਰਸ਼ਾਂ ਨੇ ਕਹਿੰਦੇ ਇੱਕ ਨਗਰ ਤੇ ਬਾਹਰ ਇੱਕ ਛੋਟੀ ਜਿਹੀ ਕੁਟੀਆ ਪਾ ਲਈ ਹੈ ਸੰਸਾਰ ਦੇ ਭਲੇ ਵਾਸਤੇ। ਇੱਕ ਕੁਟੀਆ ਨਗਰ ਵਿੱਚ ਪਾਈ ਹੈ। ਹਰ ਕੋਈ ਮਹਾਂਪੁਰਸ਼ਾਂ ਦੇ ਕੋਲ ਆਉਂਦਾ ਹੈ, ਕੋਈ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ। ਇੱਕ ਗਰੀਬ ਆਇਆ ਪਰਿਵਾਰ, ਆ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਬਾਬਾ ਜੀ ਘਰ 'ਚ ਗਰੀਬੀ ਬਹੁਤ ਹੈ, ਆ ਬੱਚਾ ਤੁਹਾਡੇ ਕੋਲ ਆਉਂਦਾ ਹੈ, ਕਿਰਪਾ ਕਰੋ ਇਹਨੂੰ ਵੀ ਆਪਣੀ ਸਤ ਸੰਗਤ ਦੇ ਨਾਲ ਜੋੜ ਲਓ। ਗੁਰਬਾਣੀ ਨੇ ਉਹਨਾਂ ਨੂੰ ਧੰਨ ਕਿਹਾ, ਕਹਿੰਦੇ ਜਿਨ੍ਹਾਂ ਦੇ ਪੁੱਤ ਗੁਰਬਾਣੀ ਬਾਣੀ ਨੂੰ ਪੜ੍ਹਦੇ ਨੇ। ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਰੇ। ਕਹਿੰਦੇ ਉਹ ਕੁਲ ਵੀ ਧੰਨ ਹੈ, ਉਹ ਮਾਂ ਵੀ ਧੰਨ ਹੈ, ਉਹ ਪਿਤਾ ਵੀ ਧੰਨ ਹੈ, ਉਹ ਨਗਰ ਵੀ ਧੰਨ ਹੈ, ਉਹ ਜਗ੍ਹਾ ਵੀ ਧੰਨ ਹੈ ਜਿੱਥੇ ਮਹਾਂਪੁਰਸ਼ਾਂ ਨੇ ਵਾਸਾ ਕੀਤਾ। ਆਖੋ ਸਤਿਨਾਮ। ਕੁਟੀਆ ਪਾ ਲਈ ਹੈ, ਇੱਕ ਛੋਟਾ ਜਿਹਾ ਬੱਚਾ ਆਉਂਦਾ, ਵੇਖਿਓ ਮਹਾਂਪੁਰਸ਼ਾਂ ਕੋਲ ਸੇਵਾ ਕਰਦਾ ਕਿ ਗੁਰੂ ਘਰ ਦੀਆਂ ਮਹਾਂਪੁਰਸ਼ ਵਿਚਾਰਾ ਸੁਣਾਉਂਦੇ ਨੇ। ਬੱਚੇ ਨੂੰ ਐਸੀ ਲਗਨ ਲੱਗੀ ਕਿ ਸੰਗਤ ਤੋਂ ਸਭ ਤੋਂ ਪਹਿਲਾਂ ਉਹਨੇ ਆਉਣਾ, ਆ ਕੇ ਸੇਵਾ ਕਰਨੀ। ਹਨੇਰਾ ਹੋ ਜਾਣਾ ਰਾਤ ਵੇਲੇ, ਦਿਲ ਕੀਤਾ ਘਰੇ ਚਲੇ ਜਾਣਾ, ਜੇ ਮਨ ਕੀਤਾ ਕਿ ਮਹਾਂਪੁਰਸ਼ਾਂ ਦੇ ਚਰਨਾਂ ਦੇ ਕੋਲ ਹੀ ਲਾ ਕੇ ਸੌਂ ਜਾਵਾਂ। ਆਖੋ ਸਤਿਨਾਮ। ਸ਼੍ਰੀ ਵਾਹਿਗੁਰੂ ਜੀ। ਇਹ ਸਾਡੀ ਦੁਨੀਆ ਦੇ ਖੇਡ ਭਲਾ ਕੀ ਹੈ, ਜਦੋਂ ਕੋਈ ਮਹਾਂਪੁਰਸ਼, ਕੋਈ ਸੰਤ ਜਿਉਂਦੇ ਜੀ ਸੰਸਾਰ ਵਿੱਚ ਰਵੇ, ਉਦੋਂ ਅਸੀਂ ਕਹਿੰਦੇ ਐਵੇਂ ਹੀ ਤੁਰਿਆ ਫਿਰਦਾ ਹੈ। ਜਿਵੇਂ ਪਤਾ ਨਾ, ਵੇਖਦੇ ਹਾਂ ਬਾਬਾ ਮੱਖਣ ਦਾਸ ਦੀ ਸੰਸਾਰ ਦੇ ਭਲੇ ਵਾਸਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹ ਧੰਨ ਨੇ। ਤੇ ਮਹਾਂਪੁਰਸ਼ਾਂ ਨੇ ਵੇਖੋ ਦਾ ਨੌਜਵਾਨ ਨੇ ਸੇਵਾ ਕਰਨੀ। ਮਹਾਂਪੁਰਸ਼ਾਂ ਨੇ ਕਹਿਣਾ, ਪਿਆਰਿਆ ਆ ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ। ਆ ਮਾਂ ਪਿਓ ਦਾ ਸੇਵਾ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ। ਇੱਥੇ ਨਹੀਂ ਕਿ ਮਾਤਾ ਪਿਤਾ ਦੀ ਸੇਵਾ ਨਹੀਂ ਕਰਨੀ ਚਾਹੀਦੀ। ਪਰ ਇੱਕ ਗੱਲ ਯਾਦ ਰੱਖਣੀ ਪੁੱਤਰਾ, ਜਿੱਦਣ ਤੇਰਾ ਔਖਾ ਟਾਈਮ ਆਇਆ, ਔਖਾ ਵੇਲਾ ਆਇਆ, ਉਦਣ ਕਿਸੇ ਨੇ ਤੇਰੇ ਕੋਲ ਨਹੀਂ ਖੜਨਾ। ਆਖੋ ਸਤਿਨਾਮ। ਵੇਖਦੇ ਆ ਨਾ ਸਾਡੇ ਯਾਰ ਮਿੱਤਰ ਵੈਲੀ, ਕਹਿਣਗੇ ਕੋਈ ਗੱਲ ਨਹੀਂ ਤੇਰੇ ਨਾਲ ਖੜਾ, ਕੋਈ ਗੱਲ ਨਹੀਂ, ਜਦੋਂ ਲੋੜ ਪਈ ਦੱਸ ਦਵੀਂ। ਤੇ ਆਪਣੇ ਆਪਣੇ ਮਨਾਂ 'ਚ ਝਾਤੀ ਪਾ ਕੇ ਵੇਖਿਓ, ਜਦੋਂ ਮੁਸੀਬਤ ਪੈਂਦੀ ਆ, ਔਖਾ ਵੇਲਾ ਪੈਂਦਾ ਨਾ, ਹਾਲ ਚਾਲ ਪੁੱਛਣਾ ਤੇ ਇੱਕ ਪਾਸੇ ਤੇ ਫੋਨ ਹੀ ਬੰਦ ਆਉਣ ਲੱਗ ਪੈਂਦਾ। ਆਖੋ ਸਤਿਨਾਮ। ਸ਼੍ਰੀ ਵਾਹਿਗੁਰੂ ਜੀ। ਪਤਾ ਹੀ ਨਹੀਂ ਲੱਗਿਆ। ਮਹਾਰਾਜ ਕਹਿੰਦੇ ਨੇ, ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰਾ, ਵਿਪਤ ਪਰੀ ਸਭ ਹੀ ਸੰਗ ਸਾਡਤ ਕੋ ਨਾ ਆਵਤ ਨੇਰਾ। ਕਹਿੰਦੇ ਮਨਾ ਸੁੱਖਾਂ ਦੇ ਸੰਗੀ ਨੇ ਸਾਰੇ। ਤੇਰੇ ਕੋਲ ਚਾਰ ਪਦਾਰਥ ਹੈ, ਪੈਸੇ ਧਨ ਤੇਰੇ ਕੋਲ ਆ ਨਾ, ਸਭ ਕਹਿਣਗੇ ਤੇਰੇ ਵਰਗਾ ਤਾਂ ਮਿੱਤਰ ਹੀ ਕੋਈ ਨਹੀਂ। ਵੇਖੋ ਮਹਾਂਪੁਰਸ਼ਾਂ ਨੇ ਐਸਾ ਪ੍ਰੇਮ, ਐਸਾ ਜਜ਼ਬਾ, ਐਸਾ ਰੰਗ, ਉਹ ਬੱਚੇ ਦੇ ਪਰਵਤ ਦਾ ਤੇ ਨਗਰ ਦੇ ਉਹ ਸੰਸਾਰ ਭਾਵ ਕਿ ਉਹ ਸ਼ਹਿਰ ਵਿੱਚ, ਨਗਰ ਵਿੱਚ ਰਹਿਣ ਵਾਲਾ ਇੱਕ ਰਾਜਾ ਸੀ, ਤੇ ਰਾਜੇ ਦੇ ਘਰ ਔਲਾਦ ਨਹੀਂ ਸੀ। ਰਾਜੇ ਦੇ ਘਰ ਔਲਾਦ ਨਹੀਂ ਸੀ, ਤੇ ਜਿਹਦੇ ਕੋਲ ਔਲਾਦ ਨਾ ਹੋਵੇ, ਬੱਚਾ ਨਾ ਹੋਵੇ, ਦਰ ਦਰ ਦੀਆਂ ਠੋਕਰਾਂ ਖਾਂਦਾ ਹੈ। ਕਦੇ ਸਿਆਣਿਆਂ ਕੋਲ ਜਾਂਦਾ, ਕਦੇ ਬਾਬਿਆਂ ਕੋਲ ਜਾਂਦਾ ਹੈ, ਕੀ ਪਤਾ ਬਾਬਾ ਝੋਲੀ ਖੈਰ ਪਾ ਦੇ, ਫਲਾਣਾ ਬਾਬਾ ਚਲੇ ਜਾਵੇ, ਜਿੱਥੇ ਕਿਸੇ ਨੇ ਕਹਿ ਦਿੱਤਾ ਅਸੀਂ ਚਲੇ ਜਾਂਦੇ ਹਾਂ। ਦੁੱਖ ਦੇ ਸਮੇਂ ਬੰਦਾ ਹਰ ਕੰਮ ਕਰਨ ਲਈ ਤਿਆਰ ਰਹਿੰਦਾ ਹੈ। ਰਾਜੇ ਨੂੰ ਪੰਡਤਾਂ ਨੇ, ਉਸ ਵੇਲੇ ਦੇ ਬਾਬੇ ਕਹਿ ਲੋ, ਜੋ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨਾਲੋਂ
ਟੁੱਟੇ ਸਨ ਤੇ ਵਿਖਾਵਾ ਕਰਦੇ ਸਨ। ਉਹ ਵਿਰਲੇ ਵਿਰਲੇ ਨੇ, ਮੈਂ ਪਹਿਲਾਂ ਵਿਚਾਰ ਆਰੰਭ ਕੀਤੀ ਸੀ, ਜਗ ਮੈਂ ਉਤਮ ਕਾਂਢੀ ਹੈ ਵਿਰਲੇ ਕੇ ਹੀ। ਉਹ ਵਿਰਲੇ ਕਿਹੜੇ ਸਨ? ਬਾਬਾ ਮੱਖਣ ਦਾਸ ਜੀ, ਬਾਬਾ ਚੁੱਪਦਾਸ ਜੀ, ਜਿਨ੍ਹਾਂ ਨੇ ਆਪਣਾ ਕੁਝ ਨਹੀਂ ਬਣਾਇਆ, ਪੂਰੇ ਸੰਸਾਰ ਦੇ ਭਲੇ ਵਾਸਤੇ ਚਾਹਿਆ। ਰਾਜੇ ਦੇ ਘਰ ਔਲਾਦ ਨਾ ਹੋਈ, ਪੰਡਤਾਂ ਨੇ ਕਹਿ ਦਿੱਤਾ ਜੇ ਤੂੰ ਪੁੱਤਰ ਦੀ ਪ੍ਰਾਪਤੀ ਚਾਹੁੰਦਾ ਹੈ ਤਾਂ ਇੱਕ ਕਿਸੇ ਪੁੱਤਰ ਦੀ ਬਦਲੀ ਦਾਨ ਤੈਨੂੰ ਦੇਣੀ ਪੈਣੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਕਿਸੇ ਬੱਚੇ ਦੀ ਬਲੀ ਤੈਨੂੰ ਚੜਾਉਣੀ ਪੈਣੀ ਹੈ ਤੇ ਤਾਂ ਤੇਰੇ ਘਰ ਪੁੱਤਰ ਨੇ ਜਨਮ ਲੈ ਲਿਆ। ਇਦਾਂ ਹੀ ਵੈਸੇ ਹੀ ਕਹਿ ਦਿੱਤਾ। ਕਹਿਣਾ ਪੁੱਤ ਉਹਦਾ ਲਈ ਪੈਸਿਆਂ ਦਾ ਮੁੱਲ, ਕਹਿੰਦਾ ਪੁੱਤ ਤਾਂ ਉਹ ਨੌਜਵਾਨ ਖਰੀਦਣਾ ਤੇ ਬਲੀ ਉਹਦੀ ਲੈਣੀ ਹੈ ਜਿਹੜੇ ਕਹਿੰਦੇ ਮਾਪੇ ਖੁਸ਼ ਹੋ ਕੇ ਤੈਨੂੰ ਪੁੱਤ ਦੇਣ, ਬਲੀ ਉਹਦੀ ਚੜਾਉਣੀ ਹੈ। ਰਾਜੇ ਨੇ ਇਲਾਕੇ ਵਿੱਚ ਢੰਡੋਰਾ ਪਟਾ ਦਿੱਤਾ। ਸਾਰੇ ਪਤਾ ਪਾਸੇ ਇਹ ਗੱਲ ਫੈਲਾ ਦਿੱਤੀ ਕਿ ਰਾਜੇ ਨੂੰ ਇੱਕ ਪੁੱਤਰ ਦੀ ਲੋੜ ਹੈ, ਉਹਨੇ ਬਲੀ ਚੜਾਉਣੀ ਹੈ, ਨਾਲ ਦੱਸ ਦਿੱਤਾ। ਰਾਜੇ ਨੇ ਇੱਕ ਪੁੱਤਰ ਦੀ ਬਲੀ ਚੜਾਉਣੀ ਹੈ, ਮੂੰਹ ਮੰਗੇ ਪੈਸੇ ਮਿਲੇਗੇ, ਮੂੰਹ ਮੰਗਿਆ ਇਨਾਮ ਮਿਲੇਗਾ, ਜੋ ਚਾਹੋਗੇ ਉਹ ਮਿਲੇਗਾ। ਤੇ ਉਹ ਇੱਕ ਮਹਾਂਪੁਰਸ਼ ਵੇਖੋ ਨਗਰ ਵਿੱਚ ਨੇ, ਤੇ ਉਹ ਨੌਜਵਾਨ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਹੈ। ਉਹ ਮਾਪਿਆਂ ਨੇ ਸੋਚਿਆ ਕਿ ਸਾਡਾ ਬੱਚਾ ਤਾਂ ਵੀ ਮਹਾਂਪੁਰਸ਼ਾਂ ਦੇ ਕੋਲ ਹੀ ਰਹਿੰਦਾ ਹੈ, ਮਹਾਂਪੁਰਸ਼ਾਂ ਕੋਲੋਂ ਕਿਹੜੇ ਉਹਨੂੰ ਪੈਸੇ ਮਿਲਦੇ ਨੇ, ਤੁਹਾਨੂੰ ਉਹਨਾਂ ਦੀ ਸੇਵਾ ਹੀ ਕਰਦਾ ਹੈ, ਸਾਡੇ ਤਾਂ ਕਿਸੇ ਕੰਮ ਦਾ ਨਹੀਂ, ਕਿਉਂ ਨਾ ਆਪਾਂ ਆਪਣਾ ਬੱਚਾ ਲਿਆ ਕੇ ਬੱਚੇ ਦੀ ਬਲੀਦਾਨ ਦੇ ਦਈਏ। ਕਿ ਗਰੀਬੀ ਘਰ ਦੀ ਹੈ, ਗਰੀਬੀ ਕੱਟੀ ਜਾਏਗੀ। ਤੇ ਮਹਾਂਪੁਰਸ਼ਾਂ ਕੋਲ ਬੇਨਤੀ ਕੀਤੀ, ਮਹਾਂਪੁਰਸ਼ੋ ਤੁਹਾਡਾ ਧੰਨਵਾਦ, ਤੁਸੀਂ ਲੰਮੇ ਸਮੇਂ ਤੋਂ ਸਾਡੇ ਬੱਚੇ ਦੀ ਦੇਖ ਰੇਖ ਕੀਤੀ, ਇਹਨੂੰ ਬਾਣੀ ਗੁਰਬਾਣੀ ਨਾਲ ਜੁੜਿਆ। ਬਾਬਾ ਕਬੀਰ ਜੀ ਕਹਿੰਦੇ ਕਿਨੀ ਹੀ ਬਣ ਜਿਆ ਕਾਂਸੀ ਤਾਂਬਾ, ਕਿਨੀ ਹੀ ਲੌਂਗ ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐਸੇ। ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਨੇ ਨਾਮ ਬਣ ਗਿਆ।
ਕਾਂਸੀ ਤਾਂਬਾ ਕਿਨਹੀ ਲੌਂਗ, ਸੁਪਾਰੀ ਸੰਤੋ ਬਣਦਿਆ ਨਾਮ ਗੋਬਿੰਦ ਕਾ ਐਸੀ ਖੇਪ। ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਬਾਬਾ ਜੀ ਤੁਹਾਡਾ ਧੰਨਵਾਦ, ਅਸੀਂ ਬੱਚਾ ਆਪਣਾ ਲੈ ਕੇ ਜਾਣਾ ਹੈ। ਕਿਉਂਕਿ ਮਹਾਂਪੁਰਸ਼ ਵੀ ਜਾਣਦੇ ਸੀ ਇਹਨਾਂ ਨੇ ਬੱਚੇ ਨੂੰ ਲਿਜਾ ਕੇ ਕਰਨਾ ਕੀ ਹੈ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ। ਕਹਿੰਦੇ ਭੇਦ ਨਾ ਜਾਣੋ ਰੱਬ ਤੇ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਸੰਤਾਂ ਮਹਾਂਪੁਰਸ਼ ਇੱਕ ਹੀ ਰੂਪ ਨੇ। ਤੇ ਕਹਿੰਦੇ ਜਦੋਂ ਬੱਚੇ ਨੂੰ ਵਾਪਸ ਲੈ ਕੇ ਗਏ ਨਾ, ਭਾਵੇਂ ਸਾਡੇ ਸਰੋਪੇ ਪਾ ਦਿੱਤੇ, ਇਹਦਾ ਸਰੋਪੇ ਪਾਉਣ ਦਾ ਕਾਰਨ ਇਹ ਹੁੰਦਾ ਕਿ ਸਮਾਪਤੀ, ਕਿਉਂਕਿ ਅਗਲੇ ਜੱਥਿਆਂ ਨੇ ਵੀ ਟਾਈਮ ਲਾਉਣਾ। ਥੋੜਾ ਜਿਹਾ ਟਿਕਾ ਬਣਾਇਓ, ਬਸ 10 ਮਿੰਟ ਨੇ। ਤੇ ਮਹਾਂਪੁਰਸ਼ ਵੇਖਿਓ, ਜਦੋਂ ਕਹਿੰਦੇ ਬੱਚੇ ਨੂੰ ਨਾ ਵਾਪਸ ਲੈ ਕੇ ਆਏ ਤੇ ਕਹਿੰਦੇ ਨਗਰ ਵਿੱਚ ਇੱਕ ਸੂਲੀ ਤਿਆਰ ਕਰਨ ਲੱਗੀ ਜਿੱਥੇ ਬੱਚੇ ਦੀ ਬਲੀਦਾਨ ਦੇਣੀ ਹੈ। ਵੇਖਿਓ ਬੱਚੇ ਨੂੰ ਕਹਿੰਦੇ ਬਲੀ ਦੇਣ ਵਾਸਤੇ ਪੂਰਾ ਇਲਾਕਾ, ਪੂਰਾ ਨਗਰ ਇਕੱਠਾ ਹੋਇਆ। ਤੇ ਮਹਾਂਪੁਰਸ਼ਾਂ ਨੂੰ ਵੀ ਪਤਾ ਲੱਗੇ ਕਿ ਸਾਡਾ ਸੇਵਕ ਸੀ, ਸਾਡੇ ਕੋਲ ਸੇਵਾ ਕਰਦਾ ਸੀ, ਉਹ ਬੱਚੇ ਦੀ ਬਲੀ ਦੇਣ ਲੱਗੇ ਨੇ। ਵੇਖਿਓ ਮਹਾਂਪੁਰਸ਼ਾਂ ਨੇ ਕਰਾਮਾਤ, ਅੱਜ ਕਹਿੰਦੇ ਕਰਾਮਾਤ ਨਹੀਂ, ਉਹ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਕੀਤੀ। ਉਹ ਬੱਚੇ ਨੂੰ ਵੇਖਿਓ ਕਿਵੇਂ ਬਚਾਇਆ ਮਹਾਂਪੁਰਸ਼ਾਂ ਨੇ। ਰਾਜਾ ਤੇ ਰਾਣੀ ਖੁਸ਼ ਨੇ ਕਿ ਇਹ ਬੱਚੇ ਦੀ ਬਲੀਦਾਨ ਅਸੀਂ ਦਾ ਬਲੀ ਚੜਾਣ ਦੇਣੀ ਹੈ ਤੇ ਸਾਨੂੰ ਪੁੱਤਰ ਦੀ ਪ੍ਰਾਪਤੀ ਮਿਲ ਜਾਣੀ ਹੈ। ਤੇ ਬੱਚੇ ਨੂੰ ਜਦੋਂ ਬਲੀ ਚੜਾਉਣ ਲੱਗਿਆ ਨਾ, ਪੁੱਛਿਆ ਤੇਰੀ ਆਖਰੀ ਇੱਛਾ ਦੱਸ ਦੇ ਕੀ ਹੈ। ਉਹ ਕਹਿੰਦਾ ਬਸ ਮੈਨੂੰ 5 ਮਿੰਟ ਦੇ ਦਿਓ। ਸਾਰਾ ਨਗਰ ਵੇਖਦਾ ਹੈ, ਪਰਿਵਾਰ ਵੇਖਦੇ ਨੇ, ਸਾਰਾ ਉਹ ਮਾਤਾ ਪਿਤਾ ਵੀ ਖੜੇ ਨੇ, ਸਾਰੇ ਵੇਖਦੇ ਨੇ। ਕਹਿੰਦੇ ਬਸ 5 ਮਿੰਟ ਦੇ ਦਿਓ। ਕਹਿੰਦੇ ਜਦੋਂ 5 ਮਿੰਟ ਮਿਲੇ ਨੇ ਨਾ, ਰਾਜਾ ਵੀ ਵੇਖਦਾ ਤੇ ਰਾਣੀ ਵੀ ਵੇਖਦੀ ਹੈ। 3 ਢੇਰੀਆਂ ਬਣਾਈਆਂ ਨੇ ਤੇ ਬੱਚਾ ਕਹਿੰਦੇ ਪਹਿਲੀ ਢੇਰੀ ਬਣਾਉਂਦਾ ਉਹ ਨੌਜਵਾਨ, ਪਹਿਲੀ ਢੇਰੀ ਬਣਾ ਕੇ ਉਹਨੂੰ ਢਾ ਦਿੰਦਾ। ਥੋੜਾ ਜਿਹਾ ਮਨ ਇਕਾਗਰ ਇੱਧਰ ਕਰੋ, ਕੋਈ ਗੱਲ ਨਹੀਂ, ਸਾਊਂਡ ਵਿੱਚ ਪ੍ਰੋਬਲਮ ਹੈ, ਕੋਈ ਗੱਲ ਨਹੀਂ। ਪਹਿਲੀ ਢੇਰੀ ਬਣਾਈ ਤੇ ਉਹ ਢਾ ਦਿੰਦਾ ਹੈ। ਰਾਜਾ ਵੀ ਵੇਖਦਾ, ਰਾਣੀ ਵੀ ਵੇਖਦੀ, ਉਹ ਮਹਾਂਪੁਰਸ਼ ਵੀ ਵੇਖਦੇ ਨੇ। ਕਿੱਦਾਂ ਦੇ ਮਹਾਂਪੁਰਸ਼ ਨੇ ਵੇਖਿਓ, ਬਾਬਾ ਮੱਖਣ ਦਾਸ ਵਰਗੇ ਮਹਾਂਪੁਰਸ਼ ਨੇ। ਮੋਇਆਂ ਨੂੰ ਜਿਵਾਉਣ ਵਾਲੇ, ਭਾਵਕੀਆਂ ਮੁਰਦਿਆਂ 'ਚ ਸਵਾਸ ਪਾਉਣ ਵਾਲੇ, ਭੁੱਲਿਆਂ ਨੂੰ ਰਸਤੇ ਪਾਉਣ ਵਾਲੇ, ਟੁੱਟੀਆਂ ਨੂੰ ਨਾਮ ਜਪਾਉਣ ਵਾਲੇ, ਐਦਾਂ ਦੇ ਮਹਾਂਪੁਰਸ਼ ਖੜੇ ਵੇਖਦੇ ਨੇ। ਦੂਜੀ ਢੇਰੀ ਬਣਾਈ ਤੇ ਉਹ ਵੀ ਢਾ ਦਿੱਤੀ। ਤੀਜੀ ਢੇਰੀ ਬਣਾਈ ਤੇ ਉਹਨੂੰ ਮੱਥਾ ਟੇਕਿਆ, ਨਮਸਕਾਰ ਕੀਤੀ। ਰਾਜੇ ਨੇ ਕੋਲ ਬੁਲਾ ਲਿਆ ਤੇ ਉੱਠ ਕੇ ਕੋਲ ਚਲੇ ਗਿਆ। ਕਹਿੰਦਾ ਪੁੱਤਰਾ ਬਸ ਇਹ ਦੱਸ ਦੇ, ਤਾਂ 3 ਢੇਰੀਆਂ ਬਣਾਈਆਂ ਨੇ, ਪਹਿਲੀ ਬਣਾਈ ਤੇ ਢਾ ਦਿੱਤੀ, ਉਹਦਾ ਕਾਰਨ ਕੀ ਸੀ? ਕਹਿੰਦਾ ਪਹਿਲੀ ਢੇਰੀ ਬਣਾਈ ਮੈਂ ਆਪਣੇ ਮਾਤਾ ਪਿਤਾ ਦੀ, ਦੋਸਤ ਮਿੱਤਰਾਂ ਦੀ, ਸਾਖ ਸੰਬੰਧੀਆਂ ਦੇ, ਜਿਹੜੇ ਕਹਿੰਦੇ ਸੀ ਦੁੱਖ ਸੁੱਖ ਦੇ ਵਿੱਚ ਤੇਰੇ ਨਾਲ ਖੜਾਂਗੇ। ਅੱਜ ਕਿਸੇ ਨੇ ਮੈਨੂੰ ਬਚਾਉਣ ਦੀ ਹਮਾਇਤ ਨਹੀਂ ਕੀਤੀ ਤੇ ਉਹ ਸਾਹਮਣੇ ਬਲੀ ਲੈਣ ਲੱਗਿਆ ਤੇ ਕਿਸੇ ਨੇ ਇਹ ਨਹੀਂ ਕੀਤਾ ਇਹ ਗੁਨਾਹ ਨਾ ਕਰ। ਕਹਿੰਦੇ ਮੈਂ ਤਾਂ ਢਾ ਦਿੱਤੀ ਕਿ ਰਿਸ਼ਤੇਦਾਰੀ ਸਭ ਸੁੱਖਾਂ ਦੇ ਸੰਗੀ ਨੇ। ਕਹਿੰਦੇ ਫਿਰ ਦੂਜੀ ਢੇਰੀ, ਕਹਿੰਦੇ ਰਾਜਨਾ ਦੂਜੀ ਢੇਰੀ ਮੈਂ ਤੇਰੀ ਬਣਾਈ ਤੀ ਕਿ ਪਰਜਾ ਦਾ ਰਾਖਾ ਰਾਜਾ, ਉਹ ਦੁਨੀਆ ਦਾ ਭਲਾ ਸੋਚਦਾ ਪਰ ਤੈਂ ਭਲਾ ਕੀ ਸੋਚਣਾ ਸੀ? ਤੂੰ ਆਪਣੇ ਭਲੇ ਵਾਸਤੇ, ਆਪਣੀ ਔਲਾਦ ਵਾਸਤੇ ਇੱਕ ਗਰੀਬ ਦੇ ਪੁੱਤਰ ਦੀ ਬਲੀ ਲੈਣ ਲੱਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਦੋਂ ਰਾਜੇ ਨੇ ਆ ਗੱਲ ਸੁਣੀ ਹੈ ਨਾ, ਨੀਵੀਂ ਪੈ ਗਈ। ਰਾਣੀ ਜਿਵੇਂ ਏਦਾਂ ਕਹਿ ਲੋ ਖੜੀ ਦੀ ਖੇੜੀ ਰਹਿ ਗਈ, ਇਕੱਲਾ ਸਰੀਰ ਹੀ ਰਹਿ ਗਿਆ। ਗੁਨਾਹ ਇਹ ਪਾਪ ਲੱਗੀ। ਜਦੋਂ ਕਹਿਣਾ ਕਿ ਰਾਜੇ ਦਾ ਫਰਜ਼ ਹੁੰਦਾ ਦੁਨੀਆ ਦੇ ਸੰਸਾਰ ਦੇ ਲੋਕਾਂ ਦੀ ਦੁੱਖਾਂ ਨੂੰ ਸਮਝਣਾ, ਉਹਨਾਂ ਦੀਆਂ ਪੀੜਾਂ ਨੂੰ ਸਮਝਣਾ। ਤੂੰ ਇੱਕ ਗਰੀਬ ਦਾ ਪੁੱਤ ਮਾਰ ਕੇ ਆਪ ਪੁੱਤ ਦੀ ਤਲਾਸ਼ ਮੰਗਦੇ। ਰਾਜੇ ਮੈਂ ਤੇਰੀ ਢੇਰੀ ਬਤਾ ਦਿੱਤੀ। ਫਿਰ ਕਹਿੰਦਾ ਤੀਜੀ ਕਿਹਦੀ ਬਣਾਈ ਹੈ? ਕਹਿੰਦਾ ਤੀਜੀ ਉਹ ਮੈਂ ਸੰਤ ਦੀ, ਉਹ ਮਹਾਂਪੁਰਸ਼ ਦੀ ਬਣਾਈ ਹੈ ਜਿਹਨੇ ਕਿਹਾ ਸੀ ਔਖੇ ਵੇਲੇ ਵੀ ਉਹ ਰੱਬ ਤੇਰੇ ਨਾਲ ਖੜੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਵੇਖਿਓ ਉਹ ਜਦੋਂ ਇੰਨੀਆਂ ਗੱਲਾਂ ਸੁਣੀਆਂ, ਰਾਣੀ ਨੇ ਰਾਜੇ ਨੂੰ ਬੁਲਾਇਆ। ਕਹਿੰਦੀ ਰਾਜਨ ਪਤਾ ਨਹੀਂ ਘਰੇ ਔਲਾਦ ਹੋਣੀ ਹੈ ਕਿ ਨਹੀਂ ਹੋਣੀ,
ਆਪਾਂ ਕਿਸੇ ਦਾ ਗਰੀਬ ਦੇ ਪੁੱਤ ਦੀ ਬਲੀ ਚਲਾਉਣ ਲੱਗੇ ਆ, ਪਤਾ ਨਹੀਂ ਉਹਨਾਂ ਦੇ ਬੱਚੇ ਨੇ ਕੀ ਸ਼ਰਾਪ ਦੇ ਦੇਣਾ, ਪਤਾ ਨਹੀਂ ਸਾਡਾ ਕੀ ਹਾਲ ਹੋਣਾ। ਕਿਉਂ ਨਾ ਆਪਾਂ ਪੁੱਤ ਤਾਂ ਖਰੀਦ ਹੀ ਲਿਆ ਏ, ਬੱਚੇ ਨੂੰ ਪੈਸਿਆਂ ਨਾਲ ਖਰੀਦਿਆ, ਆਪਣਾ ਰਾਜ ਪਾ ਕੇ ਇਹਨੂੰ ਨਾ ਸੌਂਪ ਦਈਏ। ਕੀ ਗੱਲ, ਕੀ ਪਤਾ ਆਪਾਂ ਸਾਡੇ ਕਿਤੇ ਚੰਗੇ ਕਰਮ ਜਾਗ ਪੈਣ। ਕਹਿੰਦੇ ਆਪਾਂ ਪੁੱਤ ਨੂੰ, ਉਹ ਗਰੀਬ ਦੇ ਪਰਿਵਾਰ ਬੱਚੇ ਨੂੰ ਕਹਿੰਦੇ ਆਪਾਂ ਪੁੱਤ ਬਣਾ ਲੈਂਦੇ ਆ। ਵੇਖਿਓ ਰਹੋ ਵਿਚਾਰ, ਕਹਿੰਦੇ ਬੱਚੇ ਨੂੰ ਪੁੱਤ ਬਣਾਇਆ, ਰਾਜ ਭਾਗ ਸੰਭਾਲ ਦਿੱਤਾ। ਜਦੋਂ ਰਾਜ ਭਾਗ ਸੰਭਾਲਿਆ ਨਾ, ਤੇ ਬੱਚਾ ਰਾਜ ਤੇ ਬੈਠ ਗਿਆ। ਗਰੀਬਾਂ ਨੇ ਆਉਣਾ, ਕਿਉਂਕਿ ਰਾਜੇ ਦਾ ਫਰਜ਼ ਹੁੰਦਾ ਪ੍ਰਜਾ ਦਾ ਦੁੱਖ ਸੁਣਨਾ। ਤੇ ਮਾਲਕ ਕਹਿੰਦਾ ਰਾਜੇ ਤੇ ਭਿਖਾਰੀ, ਭਿਖਾਰੀ ਤੇ ਰਾਜਾ। ਇਹ ਕਰਾ ਦਿੰਦਾ। ਵੇਖਦੇ ਆ ਨਾ ਜਿਹੜੇ ਵੱਡੇ ਵੱਡੇ ਰਾਜੇ ਕਹਾਉਣ ਵਾਲੇ, ਤੇ ਅੱਜ ਵੇਖਿਆ ਗਰੀਬ ਘਰ ਤੋਂ ਰਾਜੇ ਨੂੰ ਬਣਾ ਦਿੰਦੇ ਨੇ ਮਾਲਕ। ਇਹ ਪ੍ਰਤੱਖ ਹੈ, ਇਹ ਸੱਚ ਹੈ। ਉਹ ਰਾਜਨ ਕਹਿੰਦੇ ਬੱਚਾ ਕਹਿੰਦੇ ਏਦਾਂ ਰਾਜ ਭਗਤ ਜਦੋਂ ਬਿਠਾ ਦਿੱਤਾ, ਗਰੀਬਾਂ ਨੇ ਆਉਣਾ, ਪਰਿਵਾਰਾਂ ਨੇ ਆਉਣਾ। ਜਦੋਂ ਗਰੀਬਾਂ ਨੇ ਆਉਣਾ ਕਿ ਉਧਾਰ ਲੈਣਾ, ਪੈਸਾ ਲੈਣਾ, ਤੇ ਪੁੱਛਣਾ ਵੀ ਮੋੜੀਏ ਕਦੋਂ? ਕਹਿੰਦੇ ਉਦੋਂ ਮੋੜਦੇ ਜਦੋਂ ਰਾਜਾ ਮਰ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਰਾਜੇ ਨੂੰ ਪਤਾ ਲੱਗਿਆ ਨਾ ਕਿ ਇਹ ਗੱਲ ਕਿ ਮੈਂ ਤੈਨੂੰ ਆਪਣਾ ਪੁੱਤ ਬਣਾਇਆ, ਰਾਜ ਭਾਗ ਦਿੱਤਾ, ਤੂੰ ਗਰੀਬਾਂ ਵਿੱਚ ਪੈਸਾ ਵੰਡਦਾ ਤੇ ਮੰਗਣ ਦਾ ਸਮਾਂ ਇਹ ਦਿੰਦਾ ਕਿ ਜਦੋਂ ਰਾਜਾ ਮੰਗ ਗਿਆ ਤੂੰ ਮੇਰੀ ਸੁੱਖ ਭਾਲਦਾ। ਕਹਿੰਦਾ ਰਾਜਨ ਤੂੰ ਮੇਰੀ ਗੱਲ ਨੂੰ ਸਮਝ ਨਹੀਂ ਸਕਿਆ। ਕਹਿੰਦਾ ਗਰੀਬ ਨੇ ਪੈਸੇ ਲੈ ਜਾਣੇ ਐ, ਉਹਨੇ ਘਰੇ ਜਾ ਕੇ ਦੁਆਵਾਂ ਕਰਨੀਆਂ, ਰਾਜਾ ਮਰੇ ਹੀ ਨਾ ਤੇ ਸਾਨੂੰ ਕਰਜ਼ਾ ਦੇਣਾ ਹੀ ਨਾ ਪਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਹੈ ਪਿਆਰਿਓ ਸਾਧੂ ਦੀ ਸੰਗਤ। ਇਹ ਕੌਣ ਮਹਾਂਪੁਰਸ਼ ਸਨ? ਬਾਬਾ ਮੱਖਣ ਦਾਸ ਵਰਗੇ ਐਸੇ ਮਹਾਂਪੁਰਖ ਜਿਨ੍ਹਾਂ ਨੇ ਟੁੱਟੀਆਂ ਨੂੰ, ਪਿਆਰਿਓ ਰੂਹਾਂ ਨੂੰ ਰੱਬ ਨਾਲ ਜੋੜਿਆ। ਆਖੋ ਸਤਨਾਮ ਵਾਹਿਗੁਰੂ ਜੀ। ਸੋ ਦਾਸ ਕੋਲੋਂ ਵਿਚਾਰ ਕਰਦਿਆਂ ਸਮੇਂ ਬਿਆਨ ਦੀ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਪ੍ਰਬੰਧਕਾਂ ਨਾਲ ਗੱਲ ਹੋਈ ਸੀ ਮੇਰੀ ਆਉਣ ਤੋਂ ਪਹਿਲਾਂ ਕਿ ਕਹਿੰਦੇ ਤੁਸੀਂ ਘੰਟਾ ਡੇਢ ਘੰਟਾ ਲਾਉਣਾ। ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਸੀ ਕਿਤੇ ਰਾਤ ਦਾ ਪ੍ਰੋਗਰਾਮ ਰੱਖਿਓ, ਕਿਉਂਕਿ ਸਾਡਾ ਹਰ ਇੱਕ ਬੁਲਾਰਾ ਚਾਹੁੰਦਾ ਘੱਟੋ ਘੱਟ 1.5-2 ਘੰਟਾ ਚਾਹੀਦਾ, ਕਿਉਂਕਿ ਸੁਣਨ ਵਾਲਾ ਹੋਵੇ ਨਾ, ਵੇਖਿਆ ਬੜੀ ਪਿਆਰ ਹੈ। ਕਿਉਂਕਿ ਸੁਣਾਉਣ ਵਾਲਾ ਇੱਦਾਂ ਹੈ ਵੀ ਘੱਟੋ ਘੱਟ 1.5 ਘੰਟਾ ਤੱਕ ਚਾਹੀਦਾ ਕਿ ਆਨੰਦ ਬਣਦਾ। ਚਲੋ ਜਿੰਨੀ ਵੀ ਮਾਲਕ ਜੀ ਨੇ ਹਾਜ਼ਰੀ ਦਰ ਪ੍ਰਵਾਨ ਕਰੀ ਹੈ, ਪ੍ਰਬੰਧਕਾਂ ਦਾ ਧੰਨਵਾਦ ਜੋ ਮਹਾਂਪੁਰਸ਼ ਨੇ ਪਿਆਰਿਓ ਇਸ ਸੰਸਾਰ ਤੋਂ ਸਾਨੂੰ ਪਾਰ ਲਾ ਦਿੰਦੇ ਨੇ। ਸੰਗ ਸਾਧੂ ਦਾ ਕੁੱਲਾਂ ਨੂੰ ਤਾਰੇ ਕਰ ਲੈ ਤੂੰ ਮੇਰੇ ਮਨਾ, ਆ ਧਾਰਨਾ ਪੜ੍ਹ ਕੇ ਨਾਲ ਸਮਾਪਤੀ। ਪ੍ਰਬੰਧਕਾਂ ਦਾ ਧੰਨਵਾਦ, ਸਟੇਜ ਸੈਕਟਰੀ ਦਾ ਧੰਨਵਾਦ। 12:30 ਦਾ ਟਾਈਮ ਕਿਹਾ ਸੀ, 5 ਮਿੰਟ ਰਹਿੰਦੇ ਨੇ, ਉਸੇ ਛੱਡ ਕੇ ਚੱਲੇ। ਆਓ ਬੇਨਤੀ ਹੈ ਮਹਾਂਪੁਰਸ਼ਾਂ ਦੀ ਸੰਗਤ ਜਿਹੜੇ ਚਾਹੁੰਦੇ ਕਿ ਸਾਡੇ ਘਰ ਖੁਸ਼ੀਆਂ ਆਉਣ, ਅਰਦਾਸਾਂ ਬੇਨਤੀਆਂ ਕਰਿਓ। ਸੰਗ ਸਾਧੂ ਦਾ ਕੁੱਲਾਂ ਨੂੰ ਤਾਰੇ, ਜਿਹੜੇ ਮਹਾਂਪੁਰਸ਼ਾਂ ਦਾ ਸੰਗ ਨਾ ਕੁੱਲਾਂ ਨੂੰ ਤਾਰ ਦਿੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੰਗ ਸਾਧੂ ਦਾ ਕੁੱਲਾਂ ਨੂੰ ਤਾਰੇ, ਹਰ ਰਾਤ ਮੇਰੇ ਹਰ ਲੈ ਤੂੰ
ਅਵਜਲ ਤਾਰਨ ਹਾਰ ਕੀਰਤਨ ਕਰਦੇ ਬੇਅੰਤੀ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਇੱਕ ਸ਼ੌਂਕ ਹੈ ਕੀਰਤਨ ਕਰਨ ਦਾ, ਕੋਈ ਸਾਡੀ ਭੇਟਾ ਦੀ ਮੰਗ ਨਹੀਂ ਹੁੰਦੀ, ਬਸ ਸੁਣਨ ਵਾਲਾ ਚਾਹੀਦਾ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ ਜੀ। ਆਹੀ ਭੇਟਾ ਜਿਹੜਾ ਤੁਸੀਂ ਪਿਆਰ ਨਾਲ ਸੁਣ ਲਿਆ। ਆਖੋ ਸਤਨਾਮ। ਸ਼੍ਰੀ ਵਾਹਿਗੁਰੂ ਜੀ। ਜਿੱਥੇ ਵੀ ਕੋਈ ਯਾਦ ਕਰਦਾ ਹੈ, ਇਕੱਲੇ ਪੈਸਿਆਂ ਕਰਕੇ ਨਹੀਂ, ਬਸ ਮੈਂ ਫਿਰ ਬੇਨਤੀ ਕਰਦਾ, ਸੁਣਨ ਵਾਲਾ ਚਾਹੀਦਾ ਹੈ। ਤੇ ਗੁਰੂ ਆਪ ਕਿਰਪਾ ਕਰਦਾ, ਸੁਣਾ ਵੀ ਆਪ ਹੀ ਦਿੰਦਾ ਹੈ। ਆਖੋ ਸਤਨਾਮ।